ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਭਗਵੰਦ ਰਾਮਦਾਸ ਅਰਜਨ ਗੁਰੂ ਬਲ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵਿਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਚਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਆਇਆ ਤਾ ਕਾ ਸਫਲ ਹੈ ਪਰ ਉਪਕਾਰੀ ਹੋਏ ਦੁਖ ਸਹਿ ਸਿਰ ਆਪਣੇ ਸੁਖਦਾਈ ਸਭ ਕੋਏ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੀਨ ਬੰਦ ਦੁਖ ਦਰਦ ਹਰਤਾ ਸੈਲ ਗਿਲਾਸ ਬਾਸ ਆਚਰਤਾ ਦੀਨ ਬੰਦ ਦੁਖ ਦਰਦ ਹਰਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੀਆਂ ਸਮੂਹ ਸਾਧ ਸੰਗਤ ਜੀਓ। ਜਿਵੇਂ ਆਪ ਜੀ ਨੇ ਕੱਲ ਦੇ ਦੀਵਾਨਾਂ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਾਵਨ ਕਥਾ ਸਰਵਣ ਕੀਤੀ ਹੈ ਕਿ ਜੋ ਮੁਗਲ ਰਾਜਾ ਹੈ ਔਰੰਗਜ਼ੇਬ ਆਪਣੇ ਧਰਮ ਨੂੰ ਪ੍ਰਫੁੱਲਤ ਕਰਨ ਵਾਸਤੇ ਸਾਰੀ ਦੁਨੀਆ ਦੇ ਵਿੱਚ ਮੁਗਲ ਰਾਜ ਜਿਹੜਾ ਸਥਾਪਨ ਕਰਨ ਵਾਸਤੇ ਕਿਵੇਂ ਉਸਨੇ ਯਤਨ ਕੀਤੇ ਹਨ। ਕਈਆਂ ਨੂੰ ਧਨ ਦਾ ਲਾਲਚ ਦੇਣਾ ਕੀਤਾ, ਕਈਆਂ ਨੂੰ ਜਾਇਦਾਦ ਦਾ ਲਾਲਚ ਦੇਣਾ ਕੀਤਾ, ਕਈਆਂ ਨੂੰ ਇੱਥੋਂ ਤੱਕ ਕਿ ਆਪਣੇ ਮੁਗਲਾਂ ਦੀਆਂ ਲੜਕੀਆਂ ਦੇ ਰਿਸ਼ਤੇ ਦੇਣ ਦਾ ਵੀ ਲਾਲਚ ਦਿੱਤਾ। ਜਿਹੜੇ ਕਿਸੇ ਤਰੀਕੇ ਨਾਲ ਵੀ ਨਹੀਂ ਮੰਨ ਰਹੇ ਸਨ ਉਹਨਾਂ ਤੇ ਬਹੁਤਾ ਜ਼ਿਆਦਾ ਜ਼ੋਰ ਜ਼ੁਲਮ ਕਰਕੇ ਉਹਨਾਂ ਨੂੰ ਵੀ ਮੁਗਲ ਧਰਮ ਦੇ ਵਿੱਚ ਲਿਆਉਣਾ ਕੀਤਾ। ਸੋ ਸਭ ਤੋਂ ਪਹਿਲਾਂ ਕਸ਼ਮੀਰ ਜੋ ਦੇਸ਼ ਹੈ ਉੱਥੋਂ ਦੇ ਸੂਬੇ ਨੂੰ ਇਹਨੇ ਹੁਕਮ ਕੀਤਾ ਹੈ ਤੇ ਉਹ ਜਿਸ ਤਰ੍ਹਾਂ ਉਸਨੇ ਬਹੁਤੇ ਜ਼ਿਆਦੇ ਤੁਰਕ ਜਿਹੜੇ ਪਹਾੜੀ ਏਰੀਆ ਦੇ ਵਿੱਚ ਰਹਿੰਦੇ ਸਨ ਉਹਨਾਂ ਨੂੰ ਮੁਸਲਮਾਨ ਬਣਾਇਆ। ਇੱਕ ਦਿਨ ਜਿਹੜੇ ਜੰਨੂ ਤੋਲਣੇ ਕੀਤੇ 1.25 ਮਣ ਦੇ ਕਰੀਬ ਹੋਏ। ਇਹ ਗੱਲ ਜਦੋਂ ਚਾਰ ਚੁਫੇਰੇ ਪਤਾ ਲੱਗੀ ਤੇ ਬਹੁਤਾ ਜ਼ਿਆਦਾ ਹਿੰਦੂ ਧਰਮ ਦੇ ਵਿੱਚ ਹਾਹਾਕਾਰ ਮਚ ਗਈ। ਫਿਰ ਸਿਆਣੇ ਸਿਆਣੇ ਜਿਹੜੇ ਵਿਦਵਾਨ ਬ੍ਰਾਹਮਣ ਸਨ, ਪੰਡਿਤ ਸਨ, ਉਹ ਇਕੱਠੇ ਹੋ ਕਰਕੇ ਜਿਹੜਾ ਕਸ਼ਮੀਰ ਦਾ ਸੂਬਾ ਸੀ ਖਾਨ ਅਫਗਾਨ ਉਸਦੇ ਪਾਸ ਗਏ ਹਨ ਕਿ ਸਾਨੂੰ ਕੁਝ ਨਾ ਕੁਝ ਸਮਾਂ ਦੇ ਦਿੱਤਾ ਜਾਵੇ, ਜੇ ਕੋਈ ਸਾਡੇ ਕੋਲ ਯਤਨ ਹੋ ਸਕੇ ਤਾਂ ਅਸੀਂ ਕਰ ਲਵਾਂਗੇ, ਆਪਣਾ ਧਰਮ ਜਿਹੜਾ ਹੈ ਉਹ ਸਾਡਾ ਰਹਿ ਜਾਵੇ। ਉਸਨੇ ਮੰਨਣਾ ਕੀਤਾ ਕਿ 6 ਮਹੀਨੇ ਦਾ ਸਮਾਂ ਫਿਰ ਇਹਨਾਂ ਨੇ ਲੈ ਲਿਆ ਹੈ ਕਸ਼ਮੀਰ ਦੇ ਸੂਬੇ ਦੇ ਕੋਲੋਂ। ਸਮਾਂ ਲੈ ਕਰਕੇ ਫਿਰ ਅਮਰਨਾਥ
ਜੋ ਸ਼ਿਵ ਜੀ ਭਗਵਾਨ ਦਾ ਸਥਾਨ ਹੈ ਉੱਥੇ ਇਹ ਸਾਰੇ ਬ੍ਰਾਹਮਣ ਗਏ ਹਨ। ਇਹਨਾਂ ਨੇ ਜਲ ਭੋਜਨ ਪਦਾਰਥ ਤਿਆਗ ਕਰਕੇ ਸ਼ਿਵ ਜੀ ਦੀ ਆਰਾਧਨਾ ਕੀਤੀ ਹੈ। ਅਨੇਕਾਂ ਹੀ ਨਾਮਾਂ ਦੇ ਨਾਲ ਉਸ ਨੂੰ ਯਾਦ ਕਰਕੇ ਧਿਆ ਰਹੇ ਹਨ। ਸੋ ਅੱਗੇ ਜਿਸ ਪ੍ਰਕਾਰ ਕਥਾ ਆਵੇਗੀ ਆਪ ਸਾਰੀ ਸੰਗਤ ਮਨ ਬਿਰਤੀਆਂ ਕਾਗਰ ਕਰਕੇ ਸਰਵਣ ਕਰਨਾ ਕਰੋ ਜੀ। ਕਥਾ ਆਰੰਭ ਕਰਨ ਦੀ ਆਗਿਆ ਬਖਸ਼ੋ ਸਾਰੀ ਹੀ ਸੰਗਤ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੀਨ ਬੰਦ ਦੁਖ ਦਾਰਦ ਹਰਤਾ। ਇਹ ਸਾਰੇ ਹੀ ਬ੍ਰਾਹਮਣ ਜਿਹੜੇ ਹਨ ਸ਼ਿਵ ਜੀ ਭਗਵਾਨ ਦੀ ਆਰਾਧਨਾ ਕਰ ਰਹੇ। ਕਹਿੰਦੇ ਦੀਨ ਬੰਦ, ਤੁਸੀਂ ਦੀਨਾ ਬੰਧੂ ਹੋ, ਦੁੱਖਾਂ ਨੂੰ ਕੰਗਾਲਤਾ ਨੂੰ ਨਾਸ ਕਰਨ ਵਾਲੇ ਹੋ। ਸੈਲ ਕਿਲਾਸ ਬਾਸ ਆਚਰਤਾ। ਇਹ ਜੋ ਕੈਲਾਸ਼ ਪਰਬਤ ਹੈ ਉਸ ਦੇ ਉੱਤੇ ਰਹਿ ਕਰਕੇ ਵਸ ਕਰਕੇ ਹੈਰਾਨੀ ਜਨਕ ਕੌਤਕ ਕਰਦੇ ਹੋ। ਪ੍ਰਭ ਪਸ਼ਪਤ ਈਸ਼ਰ ਭਗਵਾਨ। ਹੇ ਪ੍ਰਭੂ, ਤੁਸੀਂ ਜੋ ਨੰਦੀ ਬਲਦੀ ਦੀ ਅਸਵਾਰੀ ਕਰਨ ਵਾਲੇ ਹੋ, ਈਸ਼ਵਰ ਹੋ, ਭਗਵਾਨ ਸਰੂਪ ਹੋ। ਭੁਗਤੈ ਜਗ ਨਿਤ ਤੇਰੋ ਦਾਨ। ਤੇ ਤੁਹਾਡਾ ਦਿੱਤਾ ਹੋਇਆ ਦਾਨ ਹੀ ਸਾਰਾ ਜਗਤ ਜਿਹੜਾ ਹੈ ਇਹ ਭੋਗਦਾ ਹੈ, ਵਰਤਦਾ ਹੈ। ਅਬ ਆਇਓ ਭੀਖਨ ਕਲ ਕਾਲ। ਤੇ ਹੁਣ ਜਿਹੜਾ ਬਹੁਤਾ ਜ਼ਿਆਦਾ ਭਿਆਨਕ ਸਮਾਂ ਆਇਆ ਹੈ ਕਲਯੁਗ ਦਾ, ਭਇਓ ਜਮਨ ਕੋ ਤੇਜ ਵਿਸਾਲ। ਤੇ ਇਸ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਜੋ ਜਮਨ ਤੁਰਕ ਹਨ ਇਹਨਾਂ ਦਾ ਬਹੁਤਾ ਜ਼ਿਆਦਾ ਤੇਜ ਪ੍ਰਤਾਪ ਵਧਣਾ ਕੀਤਾ ਹੈ। ਹਿੰਦ ਧਰਮ ਕੋ ਨਾਸ਼ ਕਰਨ ਤਾ। ਇਹ ਹੁਣ ਹਿੰਦੂ ਧਰਮ ਨੂੰ ਨਾਸ ਕਰ ਰਹੇ ਹਨ। ਹਿੰਦੂ ਧਰਮ ਨੂੰ ਖਤਮ ਕਰਕੇ ਸਾਰਿਆਂ ਨੂੰ ਮੁਗਲ ਬਣਾ ਰਹੇ ਹਨ। ਚੈਤ ਮਰਯਾਦਾ ਸਗਰੀ ਹੰਤਾ। ਇਹ ਸਾਡੀ ਸਾਰੀ ਹੀ ਜੋ ਸਨਾਤਨ ਧਰਮ ਦੀ ਮਰਿਆਦਾ ਹੈ ਉਸ ਨੂੰ ਨਾਸ ਕਰਨੀ ਚਾਹੁੰਦੇ ਹਨ। ਦਿਜਗਨ ਆਨ ਪਰੇਸ਼ਰ ਨਾਈ। ਇਸ ਕਰਕੇ हे ਭਗਵਾਨ, ਜਿਹੜੇ ਦਿਜਗਨ ਬਹੁਤੇ ਜ਼ਿਆਦੇ ਬ੍ਰਾਹਮਣ ਆਪ ਜੀ ਦੀ ਸ਼ਰਨ ਵਿੱਚ ਆਏ ਹਨ। ਤੁਮ ਬਿਨ ਕੋ ਅਬ ਹੋਏ ਸਹਾਈ। ਤੁਹਾਡੇ ਤੋਂ ਬਿਨਾ ਹੁਣ ਸਾਡਾ ਕੌਣ ਸਹਾਈ ਹੋਵੇਗਾ, ਕੌਣ ਸਾਡੀ ਸਹਾਇਤਾ ਕਰਨੀ ਕਰੇਗਾ। ਰਾਜ ਤੁਰਕ ਕੋ ਮਹਿਦ ਪ੍ਰਕਾਸ਼ਾ। ਇਹ ਤੁਰਕਾਂ ਦਾ ਰਾਜ ਬਹੁਤਾ ਜ਼ਿਆਦਾ ਪ੍ਰਕਾਸ਼ਮਾਨ ਹੋਇਆ ਹੈ, ਬਹੁਤਾ ਜ਼ਿਆਦਾ ਫੈਲਿਆ ਹੈ, ਵੱਧ ਚੁੱਕਾ ਹੈ। ਰਾਵਣ ਜਿਮ ਨਹਿ ਚਾਹੋ ਜਿਨਾਸਾ। ਜੇ ਤੁਸੀਂ ਰਾਵਣ ਦੇ ਵਾਂਗੂ ਨਾਸ ਨਹੀਂ ਕਰਨੇ ਚਾਹੁੰਦੇ ਹੋ ਇਹਨਾਂ ਨੂੰ, ਤੋ ਹਿੰਦਨ ਧਰਮ ਹਿੰਦਨ ਕੋ ਭਾਰੀ। ਤਾਂ ਕਹਿੰਦੇ ਜੋ ਇਹ ਹਿੰਦੂਆਂ ਦਾ ਭਾਰੀ ਧਰਮ ਹੈ, ਬਨ ਸਹਾਏ ਅਬਲੇ ਹੋ ਬਾਰੀ। ਹੁਣ ਸਾਡੇ ਸਹਾਇਕ ਬਣ ਕਰਕੇ ਹਿੰਦੂ ਧਰਮ ਨੂੰ ਤੁਸੀਂ ਬਚਾ ਲੈਣਾ ਕਰੋ। ਮਤ ਸਭ ਏਕ ਮਈ ਹੋ ਜਾਵੇ। ਜੇ ਤੁਸੀਂ ਸਾਡੀ ਰੱਖਿਆ ਨਾ ਕੀਤੀ ਤਾਂ ਫਿਰ ਕਹਿੰਦੇ ਸਭ ਏਕਮਈ ਹੋ ਜਾਵੇ, ਸਾਰੇ ਹੀ ਮੁਗਲ ਬਣ ਜਾਣਗੇ। ਸੁਰਗਨ ਕੀ ਪੂਜਾ ਬਿਨਸਾਵੇ। ਤੇ ਜੋ ਸੁਰ ਦੇਵਤੇ ਤੇ ਗਣ ਦੀ ਜਿਹੜੀ ਪੂਜਾ ਹਿੰਦੂ ਲੋਕ ਕਰਦੇ ਹਨ ਇਹ ਸਾਰੀ ਬਿਨਸ ਜਾਵੇਗੀ, ਨਾਸ ਹੋ ਜਾਵੇਗੀ, ਕੋਈ ਵੀ ਪੂਜਾ ਨਹੀਂ ਕਰੇਗਾ। ਵਿਪਰ ਦੀਨ ਬਨ ਪਹੁੰਚੇ ਸ਼ਰਨੀ। हे ਭਗਵਾਨ, ਸਾਰੇ ਹੀ ਬ੍ਰਾਹਮਣ ਦੀਨ ਹੋ ਕਰਕੇ, ਨਿਮਾਣੇ ਹੋ ਕਰਕੇ ਆਪ ਜੀ ਦੀ ਸ਼ਰਨ ਵਿੱਚ ਆਏ ਹਨ। ਕਰਨਾ ਕਰੋ ਧਰਮ ਰਹਿ ਧਰਨੀ। ਹੁਣ ਤੁਸੀਂ ਕਿਰਪਾ ਕਰਨੀ ਕਰੋ ਜਿਸ ਦੇ ਨਾਲ ਇਹ ਹਿੰਦੂ ਸਨਾਤਨ ਧਰਮ ਜਿਹੜਾ ਹੈ ਇਸ ਧਰਤੀ ਦੇ ਉੱਤੇ ਰਹਿ ਜਾਣਾ ਕਰੇ। ਇਤਿਆਦਿਕ ਜਿਜ ਨਾਮ ਰਟਨ ਤੇ। ਇਤਿਆਦਿਕ ਬਹੁਤ ਸਾਰੇ ਅਨੇਕਾਂ ਹੀ ਨਾਮ ਬ੍ਰਾਹਮਣ ਜਿਹੜੇ ਹਨ ਇਹ ਰਟਨ ਕਰਦੇ ਹਨ, ਜਾਪ ਕਰਦੇ ਹਨ। ਧੂਪ ਦੀਪ ਬਹੁ ਬਲੀ ਚੜ੍ਹਨ ਤੇ। ਬਹੁਤਾ ਜ਼ਿਆਦਾ ਧੂਪ ਫਿਰ ਦੀਪਮਾਲਾ ਕਰਦੇ ਹਨ, ਬਲੀਆਂ ਚੜਾਉਂਦੇ ਹਨ। ਪਰੇ ਕਰਹਿ ਡੰਡੌਤ ਘਨੇਰੀ। ਫਿਰ ਲੰਮੇ ਪੈ ਪੈ ਕਰਕੇ ਬਹੁਤੀ ਜ਼ਿਆਦੀ ਡੰਡੌਤ ਕਰਦੇ ਹਨ। ਬਹੁ ਬਿਨਤੀ ਬੋਲੇ ਤਿਸ ਤੇਰੀ। ਫਿਰ ਬਹੁ ਬਿਨਤੀ ਬੜੇ ਨੇਕਾਂ ਹੀ ਤਰੀਕਿਆਂ ਦੇ ਨਾਲ ਨਿਮਾਣੇ ਹੋ ਕਰਕੇ ਬੇਨਤੀਆਂ ਕਰਦੇ ਹਨ। ਖਾਨ ਪਾਨ ਬਿਨ ਨਿਸ ਦਿਨ ਰੋਵੈ। ਖਾਨ ਪਾਨ ਬਿਨ, ਪ੍ਰਸ਼ਾਦਾ ਭੋਜਨ ਛਕਣ ਤੋਂ ਬਿਨਾ, ਜਲ ਛਕਣ ਤੋਂ ਬਿਨਾ, ਹਰ ਦਿਨ ਨਿਸ ਦਿਨ ਰਾਤ ਬਹੁਤੇ ਵਿਆਕਲ ਹੁੰਦੇ ਹਨ। ਬੈਠੇ ਇੱਕ ਆਸਨ ਨਹਿ ਸੋਵੈ। ਇੱਕ ਆਸਣ ਤੇ ਬੈਠ ਕਰਕੇ ਹੀ ਆਰਾਧਨ ਕਰਦੇ ਹਨ, ਰਾਤ ਨੂੰ ਵੀ ਸੌਂਦੇ ਨਹੀਂ ਹਨ। ਕਣਕ ਅਰਕ ਬਿਨ ਦਲ ਅਰਪਨ ਤੇ। ਫਿਰ ਕਹਿੰਦੇ ਕਣਕ, ਅਰਕ, ਧਤੂਰਾ ਅਤੇ ਜੋ ਅੱਕ ਹੈ
ਤੇ ਇੱਕ ਬੇਲ ਦਰਖਤ ਹੁੰਦਾ ਹੈ, ਉਸ ਦੇ ਪੱਤੇ ਜਿਹੜੇ ਉਹ ਭੇਟਾ ਕਰਦੇ ਹਨ। ਭੋਲਾਨਾਥ ਧਿਆਨ ਚਿਤਵੰਤੇ ਭੋਲੇਨਾਥ ਸ਼ਿਵ ਜੀ ਦਾ ਧਿਆਨ ਧਰ ਕੇ ਉਸ ਦੀ ਆਰਾਧਨਾ ਕਰਦੇ ਹਨ। ਅਸ਼ਟ ਦਿਵਸ ਜਬ ਭਏ ਬਤੀਤ ਜਦੋਂ ਇਸ ਤਰੀਕੇ ਨਾਲ ਕਰਦਿਆਂ ਹੋਇਆ 8 ਦਿਨ ਬਤੀਤ ਹੋ ਗਏ ਹਨ। ਸੁਦਾ ਪਿਪਾਸਾ ਨਿੰਦਰਾ ਜੀਤ ਤੇ ਸ਼ੁਦਾ ਜੋ ਭੁੱਖ ਹੈ, ਪਿਪਾਸਾ ਤੇ ਪਿਆਸ ਅਤੇ ਨੀਂਦ, ਇਹਨਾਂ ਤੇ ਜਦੋਂ ਇਹਨਾਂ ਨੇ ਜਿੱਤ ਪ੍ਰਾਪਤ ਕਰ ਲਈ ਹੈ, ਮੰਡਿਓ ਮਰਨ ਜੀਣ ਤਜ ਆਸਾ ਇਹ ਸਾਰੇ ਹੀ ਬ੍ਰਾਹਮਣਾਂ ਨੇ ਮੰਡਿਓ ਮਰਨਾ ਮੰਨ ਲਿਆ ਹੈ ਕਿ ਅਸੀਂ ਮਰ ਜਾਵਾਂਗੇ। ਜੀਵਨ ਤਜ ਆਸਾ, ਇਹਨਾਂ ਨੇ ਹੁਣ ਜੀਣ ਦੀ ਆਸਾ ਛੱਡ ਦਿੱਤੀ ਨਹਿ ਨਿਜ ਹੈ। ਕਰ ਹੈ ਧਰਮ ਵਿਨਾਸਾ ਪਰ ਕਹਿੰਦੇ ਨਹਿ ਨਿਜ ਕਰ ਹੈ ਧਰਮ ਵਿਨਾਸਾ, ਕਿਸੇ ਵੀ ਤਰੀਕੇ ਨਾਲ ਅਸੀਂ ਆਪਣਾ ਧਰਮ ਦਾ ਨਾਸ਼ ਨਹੀਂ ਕਰਾਂਗੇ। ਵਿਆਕੁਲ ਹੋਏ ਕਿਤਕ ਗਿਰ ਰਹੇ ਫਿਰ ਬਹੁਤੇ ਜ਼ਿਆਦੇ ਵਿਆਕੁਲ ਹੋ ਕਰਕੇ ਤੇ ਕਈ ਜਿਹੜੇ ਭਗਤੀ ਕਰ ਰਹੇ ਸਨ ਉਹ ਡਿੱਗ ਰਹੇ ਹਨ, ਕਿਉਂਕਿ ਕਈ ਦਿਨਾਂ ਤੋਂ ਇਹਨਾਂ ਨੇ ਕੁਝ ਵੀ ਖਾਧਾ ਪੀਤਾ ਨਹੀਂ ਬਿਨਾ ਹੈ। ਆਹਾਰ ਕਹਾਂ ਬਲ ਰਹੇ ਹੁਣ ਬਿਨਾ ਆਹਾਰ ਬਿਨਾ ਕੁਝ ਛਕਿਆ ਸਰੀਰ ਦੇ ਵਿੱਚ ਬਲ ਕਿੱਥੇ ਰਹਿੰਦਾ ਹੈ। ਗੁਰਬਾਣੀ ਵੀ ਦੱਸਦੀ ਹੈ ਨਾ ਕਿ ਸਾਡੇ ਤ੍ਰੈ ਮਨ ਦੋਹਰੀ ਚੱਲੇ ਪਾਣੀ ਅੰਨ, ਇਹ ਤਾਂ ਅੰਨ ਦੇ ਪਾਣੀ ਦੇ ਸਹਾਰੇ ਹੀ ਸਰੀਰ ਚੱਲਦਾ ਹੈ। ਕਿਤਕ ਅਦਕ ਹਟ ਧਾਰੀ ਵਿਪਰ ਤੇ ਕੁਝ ਕੁ ਜਿਹੜੇ ਅਧਿਕ ਬਹੁਤਾ ਜ਼ਿਆਦਾ ਹੱਠ ਧਾਰਨ ਵਾਲੇ ਵਿਪਰ ਬ੍ਰਾਹਮਣ ਹਨ, ਸੰਕਟ ਸਹਿ ਸਰੀਰ ਅਸ਼ਿਪਰ ਉਹ ਸੰਕਟ ਸਹਿੰਦੇ ਹਨ ਧੀਰਜਦਾ ਤੇ ਸਹਿਤ ਹੋ ਕਰਕੇ ਸਹਿਜੇ ਆਪਣੇ ਸਰੀਰ ਦੇ ਉੱਪਰ ਪੂਜਾ ਕਰਹਿ ਅਨੇਕ ਪ੍ਰਕਾਰਾ ਤੇ ਅਨੇਕਾਂ ਹੀ ਤਰ੍ਹਾਂ ਦੀਆਂ ਪੂਜਾ ਕਰਦੇ ਹਨ। ਕਰਹਿ ਨਿਰੰਤਰ ਜਲ ਕੀ ਧਾਰਾ ਤੇ ਜਿਹੜੀ ਜਲ ਦੀ ਧਾਰਾ ਹੈ ਉਹ ਨਿਰੰਤਰ ਪੈ ਰਹੀ ਹੈ। ਕਰਹਿ ਧਿਆਨ ਜਿਸ ਪਰ ਮ੍ਰਿਗਸ਼ਾਲਾ ਧਰਦੇ ਹਨ ਧਿਆਨ ਸ਼ਿਵ ਜੀ ਮਹਾਰਾਜ ਜੀ ਦਾ, ਜਿਨ੍ਹਾਂ ਨੇ ਮ੍ਰਿਗ ਦੀ ਸ਼ਾਲਾ ਆਉੜੀ ਹੋਈ ਹੈ, ਪਹਿਨੀ ਹੋਈ ਹੈ। ਪਾਰਵਤੀ ਰਧੰਗ ਸੁਚਾਲਾ ਪਾਰਬਤੀ ਅਰਧੰਗ ਸੁਚਾਲਾ, ਜਿਨ੍ਹਾਂ ਦੇ ਕਹਿੰਦੇ ਘਰ ਵਾਲੀ ਜੋ ਪਾਰਬਤੀ ਹੈ, ਜਿਨ੍ਹਾਂ ਦੇ ਬਹੁਤ ਜ਼ਿਆਦਾ ਸ੍ਰੇਸ਼ਟ ਚਾਲ ਵਾਲੀ ਹਨ। ਲਪਟੇ ਸਰਬ ਭੂਤ ਲਗਾਏ ਤੇ ਲਪਟੇ ਸਰਪ, ਜਿਨ੍ਹਾਂ ਦੇ ਨਾਲ ਸੱਪ ਜਿਹੜੇ ਉਹ ਲਿਪਟੇ ਹੋਏ ਹਨ ਤੇ ਆਪਣੇ ਸਰੀਰ ਤੇ ਵਿਭੂਤੀ ਜਿਹੜੀ ਸਵਾਹ ਮਲੀ ਹੋਈ ਮੁੰਡਨ ਹੈ। ਮਾਲ ਵਿਸਾਲ ਬਨਾਏ ਫਿਰ ਮੁੰਡਨ ਮਾਲ ਜਿਹੜੀ ਖੋਪੜੀਆਂ ਦੀ ਮਾਲਾ ਬਹੁਤ ਵੱਡੀ ਬਣਾਈ ਹੋਈ ਗਲ ਵਿੱਚ ਪਾਈ ਹੋਈ ਸੀਸ ਜਟਾ ਹੈ। ਕੋ ਝੂਟੇ ਤੰਗਾ ਤੇ ਸੀਸ ਦੇ ਉੱਤੇ ਜਿਹੜੀਆਂ ਜਟਾ ਹਨ, ਉਸ ਦਾ ਬਹੁਤ ਉੱਚਾ ਵੱਡਾ ਜੂੜਾ ਬਣਾਇਆ ਹੋਇਆ ਨਿਰਮਲ ਹੈ। ਨੀਰ ਪ੍ਰਵਾਹਤ ਗੰਗਾ ਉਸ ਜਟਾ ਦੇ ਵਿੱਚੋਂ ਨਿਰਮਲ ਨੀਰ ਜਿਹੜਾ ਮਲ ਤੋਂ ਰਹਿਤ ਜਲ ਹੈ, ਉਹ ਪ੍ਰਵਾਹਤ ਗੰਗਾ ਦਾ ਜਲ ਜਿਹੜਾ ਹੈ ਵਹਿ ਰਿਹਾ ਹੈ। ਤ੍ਰਿਤੀਯ ਨੈਣ ਮੈਂ ਅਗਨ ਅਸ਼ਾਦੇ ਤੇ ਜਿਨ੍ਹਾਂ ਨੇ ਤੀਸਰੇ ਨੇਤਰ ਦੇ ਵਿੱਚ ਅਗਨ ਨੂੰ ਢੱਕਿਆ ਹੋਇਆ ਹੈ, ਡਮਰ ਡਮੰਕਤ ਕਰਮ ਹੈ ਬਾਦੇ ਤੇ ਹੱਥ ਵਿੱਚ ਵਾਜੇ ਦੀ ਨਿਆਈ ਜਿਹੜਾ ਡਮਰੂ ਡਮਕ ਭਾਵ ਕੇ ਡਮਰੂ ਵੱਜ ਰਿਹਾ ਹੈ। ਰੂਪ ਅਮੰਗਲ ਮੰਗਲ ਕਰਤੇ ਕਹਿੰਦੇ ਸ਼ਿਵ ਜੀ ਭਗਵਾਨ ਦਾ ਰੂਪ ਜਿਹੜਾ ਹੈ ਉਹ ਮੰਗਲ ਬੜਾ ਭਿਆਨਕ ਹੈ ਦਿਖਾਈ ਦਿੰਦਾ, ਪਰ ਮੰਗਲ ਕਰੰਤੇ ਸਦਾ ਹੀ ਆਨੰਦ ਦੇ ਵਿੱਚ ਰਹਿੰਦੇ ਹਨ। ਆਪਣੇ ਜੋ ਉਹਨਾਂ ਦੇ ਸੇਵਕ ਹਨ ਉਹਨਾਂ ਨੂੰ ਆਨੰਦ ਦਿੰਦੇ ਹਨ। ਇਸ ਬਲ ਧਿਆਨ ਅਧਿਕ ਦੇਜ ਧਰਤੇ ਇਸ ਤਰੀਕੇ ਦੇ ਨਾਲ ਬਹੁਤਾ ਜ਼ਿਆਦਾ ਧਿਆਨ ਧਰਦੇ ਹਨ ਸਾਰੇ ਹੀ ਬ੍ਰਾਹਮਣ। ਦੇਵ ਤਬ ਅੰਤਰ ਜਾਮੀ ਤਦੋਂ ਫਿਰ ਕਹਿੰਦੇ ਅੰਤਰਜਾਮੀ ਭਗਵਾਨ ਸ਼ਿਵ ਜੀ ਮਹਾਰਾਜ, ਜਾਣਿਓ ਕਸ਼ਟ ਬੜੋ ਤਿਨ ਸੁਆਮੀ ਉਹਨਾਂ ਨੇ ਜਾਣਿਆ ਹੈ ਕਿ ਜਾਣਿਓ ਕਸ਼ਟ ਵੱਡੋ ਤਿਨ, ਕਿ ਬਹੁਤਾ ਜ਼ਿਆਦਾ ਇਹ ਕਸ਼ਟ ਦੇ ਸਹਿਤ ਹੋਏ ਹਨ। ਇਸ ਤਰ੍ਹਾਂ ਮਾਲਕ ਸ਼ਿਵ ਜੀ ਨੇ ਇਹਨਾਂ ਦੇ ਬਾਰੇ ਜਾਣਿਆ ਹੈ। ਦੋਹਰਾ ਪ੍ਰਾਨ ਅੰਤ ਲੋ ਦਿਜ ਭਏ ਜਦੋਂ ਵੇਖਿਆ ਹੈ ਕਿ ਪ੍ਰਾਨ ਅੰਤ ਲੋ ਕੇ ਅੰਤਲੇ ਪ੍ਰਾਣਾ ਤੇ ਹੁਣ ਇਹ ਪਹੁੰਚ ਗਏ ਹਨ ਬ੍ਰਾਹਮਣ। ਜਾਣੇ ਹਿਰਦੈ ਤਰਨੈਨ ਤਿੰਨਾਂ ਨੇਤਰਾਂ ਵਾਲੇ ਸ਼ਿਵ ਜੀ ਭਗਵਾਨ ਨੇ ਜਾਣਿਆ ਹੈ। ਕਿਰਪਾ ਧਾਰ ਪੱਤਰੀ ਵਿਖੇ ਫਿਰ ਕਿਰਪਾ ਨੂੰ ਧਾਰ ਕੇ ਇਹਨਾਂ ਤੇ ਦਇਆ ਕਰਕੇ ਕਿਰਪਾ ਕਰਕੇ ਬ੍ਰਾਹਮਣਾਂ ਦੇ ਤੇ ਪੱਤਰੀ ਦੇ ਵਿੱਚ ਲਿਖ ਉਪਾਇ ਕੇ ਬੈਨ ਲਿਖ ਕਰਕੇ ਉਪਾਅ ਦੇ ਬੈਨ ਕਿ ਕਿਸ ਤਰੀਕੇ ਦੇ ਨਾਲ ਹੁਣ ਤੁਹਾਡੀ ਸਹਾਇਤਾ ਹੋਵੇਗੀ, ਕਿਸ ਤਰੀਕੇ ਨਾਲ ਤੁਹਾਡਾ ਧਰਮ ਬਚਣਾ ਕਰੇਗਾ।
ਇਹ ਉਪਾਅ ਦੇ ਜਿਹੜੇ ਬਚਨ ਹਨ ਉਹ ਲਿਖ ਕਰਕੇ ਚੌਪਈ ਸ੍ਰੀ ਨਾਨਕ ਜਗ ਗੁਰੂ ਵਿਸਾਲਾ। ਉਸ ਪੱਤਰਕਾ ਦੇ ਵਿੱਚ ਜਿੰਨੇ ਵੀ ਬਚਨ ਲਿਖੇ ਹਨ ਉਹ ਕੀ ਹਨ ਕਿ ਸ਼੍ਰੋਮਣੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਜਗਤ ਦੇ ਗੁਰੂ ਹਨ ਵੱਡੇ, ਮੇ ਸਮਰੱਥ ਕਲ ਕਾਲਾ। ਆਪਰਮੇ ਅਤੁੱਲ ਹਨ, ਉਹਨਾਂ ਦੀ ਤੁਲਨਾ ਕਿਸੇ ਦੇ ਨਾਲ ਕੀਤੀ ਨਹੀਂ ਜਾ ਸਕਦੀ। ਸਮਰੱਥ ਕਲ ਕਾਲਾ, ਉਹ ਕਲਯੁਗ ਦੇ ਸਮੇਂ ਦੇ ਵਿੱਚ ਸਮਰੱਥ ਹਨ। ਤਿਨ ਗਾਦੀ ਪਰ ਬੈਠੇ ਜੋਏ, ਉਹਨਾਂ ਦੀ ਗੁਰਤਾ ਗੱਦੀ ਤੇ ਐਸ ਸਮੇਂ ਜੋ ਵੀ ਬੈਠੇ ਹਨ ਵਿਰਾਜਮਾਨ ਹਨ। ਕਾਜ ਤੁਹਾਡੇ ਸਾਰੇ ਸੋਏ, ਉਹ ਹੁਣ ਤੁਹਾਡੇ ਸਾਰੇ ਹੀ ਕਾਰਜ ਸਵਾਰਨਾ ਕਰਨਗੇ। ਇਹ ਪੱਤਰਕਾ ਲੈ ਤੁਮ ਜਾਵੋ, ਇਹ ਪੱਤਰਕਾ ਜਿਹੜੀ ਚਿੱਠੀ ਹੈ ਇਹ ਤੁਸੀਂ ਹੁਣ ਲੈ ਕਰਕੇ ਜਾਣਾ ਕਰੋ। ਬਿਰਤਾ ਆਪਣੀ ਸਕਲ ਸੁਣਾਵੋ, ਆਪਣੀ ਸਾਰੀ ਹੀ ਬਿਰਤਾ ਆਪਣੀ ਦਾਸਤਾਨ ਜੋ ਵੀ ਹੈ ਉਹਨਾਂ ਨੂੰ ਸੁਣਾਉਣਾ ਕਰੋ ਜਾ ਕਰਕੇ। ਸੋ ਰੱਖੇ ਧਰਮ ਤੁਹਾਰਾ, ਸੋ ਉਹ ਹੁਣ ਤੁਹਾਡੀ ਜਿਹੜੀ ਧਰਮ ਹੈ ਹਿੰਦੂ ਧਰਮ ਹੈ ਇਸ ਦੀ ਰੱਖਿਆ ਕਰਨਗੇ। ਤਿਨ ਦਿਨ ਅੰਤੇ ਹੋਇਆ ਨਾ ਉਬਾਰਾ, ਫਿਰ ਤਿੰਨ ਬਿਨ ਅੰਨ ਤੇ ਹੋਇ ਨਾ ਉਬਾਰਾ। ਕਹਿਣ ਲੱਗੇ ਉਹਨਾਂ ਤੋਂ ਬਿਨਾ ਅੰਨ ਹੋਰ ਕੋਈ ਤੁਹਾਡਾ ਧਰਮ ਜਿਹੜਾ ਹੈ ਇਸ ਨੂੰ ਬਚਾ ਨਹੀਂ ਸਕਦਾ। ਉਤੋਂ ਆਹਾਰ ਜਾਏ ਕਰ ਕਰੋ, ਇਸ ਤਰ੍ਹਾਂ ਕਹਿ ਕਰਕੇ ਤੇ ਉਸ ਚਿੱਠੀ ਵਿੱਚ ਲਿਖਿਆ ਕਿ ਉਠੋ ਹੁਣ ਤੁਸੀਂ ਉੱਠਣਾ ਕਰੋ, ਆਹਾਰ ਜਾਏ ਕਰੋ ਤੇ ਜਾ ਕਰਕੇ ਹੁਣ ਪ੍ਰਸ਼ਾਦਾ ਪਾਣੀ ਛਕਣਾ ਕਰੋ। ਹਿਰਦੇ ਭਰੋਸਾ ਗੁਰ ਪਰ ਧਰੋ, ਤੇ ਹੁਣ ਹਿਰਦੇ ਦੇ ਵਿੱਚ ਭਰੋਸਾ ਜਿਹੜਾ ਹੈ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉੱਪਰ ਧਰਨਾ ਕਰੋ। ਜਹ ਦਿਨ ਬੈਠੇ ਮੰਡਲ ਕਰਕੇ, ਜਹ ਦਿਜ ਜਿਹੜੇ ਬ੍ਰਾਹਮਣ ਬੈਠੇ ਸਨ ਇਕੱਠੇ ਹੋ ਕਰਕੇ ਮੰਡਲੀ ਬਣਾ ਕਰਕੇ, ਇੱਕ ਤੋ ਸ਼ੁੱਧ ਤੋ ਸੰਕਟ ਕੋ ਧਰ ਕੇ, ਜਿਹੜੇ ਤ੍ਰਿਖਾ ਤੇ ਅਤੇ ਭੁੱਖ ਦੇ ਸੰਕਟ ਨੂੰ ਹਿਰਦੇ ਵਿੱਚ ਧਾਰ ਕਰਕੇ ਬੈਠੇ ਹਨ ਸਹਿ ਰਹੇ ਸਨ। ਅਰਧ ਜਾਮ ਜਾਮਨ ਜਬ ਰਹੀ, ਜਦੋਂ ਅੱਧਾ ਜਾਮ ਅੱਧਾ ਪਹਿਰ ਰਾਤ ਰਹਿ ਗਈ ਹੈ, ਵਿਪਰ ਬ੍ਰਿੰਦ ਵਿੱਚ ਉਤਰੀ ਤਹੀ, ਇਸ ਜਿਹੜੀ ਪੱਤਰਕਾ ਹੈ ਚਿੱਠੀ ਹੈ ਇਹ ਬਹੁਤੇ ਜ਼ਿਆਦੇ ਬ੍ਰਾਹਮਣ ਜਿਹੜੇ ਬੈਠੇ ਸਨ, ਜਦੋਂ ਅੱਧਾ ਦੁਪਹਿਰ ਰਾਤ ਰਹਿ ਗਈ ਹੈ ਅੰਮ੍ਰਿਤ ਵੇਲਾ ਹੋਇਆ ਉਸ ਸਮੇਂ ਇਹਨਾਂ ਬ੍ਰਾਹਮਣਾਂ ਦੇ ਵਿੱਚ ਇਹ ਚਿੱਠੀ ਪਹੁੰਚੀ ਹੈ। ਭਈ ਪ੍ਰਭਾਤ ਸੂਰਜ ਜੀਆਰਾ, ਜਦੋਂ ਪ੍ਰਭਾਤ ਹੋਈ ਹੈ ਸੂਰਜ ਉਦੇ ਹੋਇਆ ਹੈ ਚਾਨਣ ਹੋਇਆ ਹੈ, ਪਰੇ ਤੋ ਕਾਗਦ ਸਭਨ ਨਿਹਾਰਾ, ਉਹ ਕਾਗਜ਼ ਜਿਹੜਾ ਚਿੱਠੀ ਦਾ ਪਿਆ ਹੋਇਆ ਸਾਰਿਆਂ ਨੇ ਵੇਖਣਾ ਕੀਤਾ ਹੈ ਆਪ ਕਾਇ ਬਿਲੋਕਾ ਖੋਲਾ, ਤੇ ਹੱਥ ਨਾਲ ਉਠਾ ਕਰਕੇ ਉਸ ਨੂੰ ਵੇਖਿਆ ਹੈ ਫਿਰ ਖੋਲਿਆ ਹੈ ਅੱਖਰ ਸ਼ੁੱਧ ਪਾਠ ਕਰ ਬੋਲਾ, ਤੇ ਸ਼ੁੱਧ ਅੱਖਰਾਂ ਨਾਲ ਚੰਗੇ ਤਰੀਕੇ ਨਾਲ ਪੜ੍ਹ ਕੇ ਪਾਠ ਕਰਕੇ ਉਸ ਦਾ ਸੁਣਾਇਆ ਹੈ। ਜਾਨ ਅਚੰਬੇ ਮਿਲ ਸਮੁਦਾਏ, ਫਿਰ ਜਾਣ ਕਰਕੇ ਕਿ ਇਸ ਦੇ ਵਿੱਚ ਜੋ ਵੀ ਲਿਖਿਆ ਹੈ ਅਚੰਭੇ ਮਿਲ ਸਮੁਦਾਏ, ਸਾਰੇ ਹੀ ਬਹੁਤ ਹੈਰਾਨੀਜਨਕ ਭਾਣਾ ਵੇਖ ਕਰਕੇ ਹੈਰਾਨ ਹੋਏ ਹਨ। ਪੜਤ ਸੁਨਤ ਸਭ ਹਵਾਏ ਕਥਾਏ, ਪੜ੍ਹ ਕਰਕੇ ਸੁਣ ਕਰਕੇ ਉਹ ਚਿੱਠੀ ਨੂੰ ਸਾਰੇ ਹੀ ਇੱਕ ਥਾਂ ਇਕੱਠੇ ਹੋ ਕਰਕੇ ਭਲੀ ਬਾਤ ਆਸ਼ੇ ਕੋ ਜਾਨ, ਫਿਰ ਭਲੀ ਭਾਂਤ ਚੰਗੇ ਤਰੀਕੇ ਨਾਲ ਜੋ ਚਿੱਠੀ ਦੇ ਵਿੱਚ ਆਸ਼ਾ ਜੋ ਵੀ ਸਿਧਾਂਤ ਲਿਖਿਆ ਸੀ ਉਸ ਨੂੰ ਜਾਣ ਕਰਕੇ ਕੌਣ ਗੁਰੂ ਅਬ ਕਰੋ ਬਖਾਨ, ਫਿਰ ਆਪਸ ਵਿੱਚ ਇੱਕ ਦੂਜੇ ਨੂੰ ਕਹਿੰਦੇ ਹਨ ਕਿ ਕੌਣ ਗੁਰੂ ਅਬ ਕਰੋ ਬਖਾਨ, ਕਿ ਹੁਣ ਕਹਿਣਾ ਦੱਸਣਾ ਕਰੋ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਦੀ ਦੇ ਉੱਤੇ ਇਸ ਵੇਲੇ ਕਿਹੜੇ ਗੁਰੂ ਬਿਰਾਜਮਾਨ ਹਨ। ਤਿੰਨ ਇੱਕ ਦਿਜ ਲਖੇ ਬ੍ਰਤੰਤ, ਉਹਨਾਂ ਬ੍ਰਾਹਮਣਾਂ ਦੇ ਵਿੱਚ ਇੱਕ ਬ੍ਰਾਹਮਣ ਸੀ ਉਹ ਸਾਰਾ ਹੀ ਵਰਤਾਂਤ ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬਾਰੇ ਜਾਣਦਾ ਤੇਗ ਸੀ। ਬਹਾਦਰ ਗੁਰ ਭਗਵੰਤ, ਉਹ ਕਹਿਣ ਲੱਗਾ ਕਿ ਭਗਵਾਨ ਸਰੂਪ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਜੋ ਇਸ ਸਮੇਂ ਗੁਰਤਾ ਗੱਦੀ ਤੇ ਸੁਭਾਏਮਾਨ ਹਨ, ਸਭਨ ਸੁਨਾਗਤ ਬਾਕ ਉਚਾਰਾ, ਉਸਨੇ ਸਾਰਿਆਂ ਨੂੰ ਸੁਣਾ ਕਰਕੇ ਇਸ ਤਰ੍ਹਾਂ ਕਹਿਣਾ ਕੀਤਾ ਮੋਤੇ ਹੈ। ਸੁਣੋ ਲਖੋ ਜਿਮ ਸਾਰਾ, ਕਹਿਣ ਲੱਗਾ ਮੇਰੇ ਤੋਂ ਸੁਣਨਾ ਕਰੋ
ਲਖੋ ਜਿਮ ਸਾਰਾ, ਜਿਸ ਤਰ੍ਹਾਂ ਮੈਂ ਜਾਣਦਾ ਹੈ ਸਾਰੀ ਹੀ ਗੱਲ ਮੇਰੇ ਤੋਂ ਸੁਣਨਾ ਕਰੋ। ਸ੍ਰੀ ਹਰਿਗੋਬਿੰਦ ਪੂਰਬ ਆਏ। ਕਹਿ ਲੱਗਾ ਸ਼੍ਰੋਮਣੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਹਿਲਾਂ ਇਸ ਸਥਾਨ ਤੇ ਆਏ ਸਨ ਕਸ਼ਮੀਰ ਵਿੱਚ। ਬਿਰਧਾ ਪ੍ਰੇਮ ਬੜ ਧਰਿਓ ਬੁਲਾਏ। ਇੱਕ ਬਜ਼ੁਰਗ ਮਾਤਾ ਸੀ, ਉਸਨੇ ਬਹੁਤਾ ਜ਼ਿਆਦਾ ਪ੍ਰੇਮ ਨੂੰ ਧਾਰਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬੁਲਾਇਆ ਸੀ। ਦਾਸਨ ਕੋ ਨਿਹਾਲ ਕਰ ਗਏ। ਤੇ ਇੱਥੇ ਆਣ ਕਰਕੇ ਆਪਣੇ ਦਾਸਾਂ ਨੂੰ, ਸਿੱਖਾਂ ਸੇਵਕਾਂ ਨੂੰ ਨਿਹਾਲ ਕਰਕੇ ਗਏ ਹਨ। ਪੰਜ ਪੁੱਤਰ ਤਿਨਕੇ ਬਰ ਭਏ। ਉਹਨਾਂ ਦੇ ਸ੍ਰੇਸ਼ਟ 5 ਪੁੱਤਰ ਹੋਏ ਹਨ। ਪੋਤਰਾ ਗਾਦੀ ਪਰ ਬੈਠਾਏ। ਫਿਰ ਆਪਣੇ ਪੋਤਰੇ ਨੂੰ ਗੁਰੂ ਹਰਿ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਤੇ ਬਿਠਾ ਕਰਕੇ ਸ੍ਰੀ ਹਰਿਗੋਬਿੰਦ ਗਏ ਸਮਾਏ। ਸ਼੍ਰੋਮਣੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪ ਸੱਚਖੰਡ ਪਿਆਨਾ ਕਰ ਗਏ ਹਨ। ਤਿਲ ਛੁਟ ਸ੍ਰੀ ਹਰਿ ਕ੍ਰਿਸ਼ਨ ਭਏ ਹੈ। ਅੱਗੇ ਗੁਰੂ ਹਰਿ ਸਾਹਿਬ ਮਹਾਰਾਜ ਜੀ ਦੇ ਸੁਪੁੱਤਰ ਸ਼੍ਰੋਮਣੀ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਹੋਏ ਹਨ। ਬਾਲ ਬੈਸ ਗੁਰ ਪੂਜਤੀਏ ਹੈ। ਬਾਲ ਬੈਸ ਬਾਲਕ ਉਮਰ ਦੇ ਵਿੱਚ ਹੀ ਪੂਜਨੀਕ ਗੁਰੂ ਹੋਏ ਹਨ। ਸੰਮਤ ਦਵੇ ਗਾਦੀ ਪਰ ਰਹੇ। 2 ਸਾਲ ਗੁਰਤਾ ਗੱਦੀ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਰਹੇ ਹਨ। ਤਨ ਕੇ ਅੰਤ ਤਿਨੋਂ ਬਚ ਗਏ। ਫਿਰ ਜਦੋਂ ਉਹਨਾਂ ਦੇ ਸਰੀਰ ਦਾ ਅੰਤਮ ਸਮਾਂ ਆਇਆ ਸੱਚਖੰਡ ਜਾਣ ਦਾ, ਤੇ ਉਹਨਾਂ ਨੇ ਇਸ ਤਰੀਕੇ ਨਾਲ ਬਚਨ ਕਹੇ ਹਨ ਅਬ ਗੁਰ ਬਾਬਾ ਬਸਹਿ ਬਕਾਲੇ। ਕਿ ਅਬ ਗੁਰ ਬਾਬਾ ਬਸਹਿ ਬਕਾਲੇ। ਕਹਿਣ ਲੱਗੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਜਦੋਂ ਸੱਚਖੰਡ ਜਾਣ ਸਮੇਂ ਉਹਨਾਂ ਆਪਣੇ ਸਿੱਖਾਂ ਸੇਵਕਾਂ ਨੂੰ ਕਿਹਾ ਕਿ ਹੁਣ ਜੋ ਆਉਣ ਵਾਲੇ ਗੁਰੂ ਹਨ ਉਹ ਸਾਡੇ ਬਾਬਾ ਜੀ, ਭਾਵ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਉਹ ਬਕਾਲੇ ਨਗਰ ਦੇ ਵਿੱਚ ਵਸਦੇ ਹਨ। ਆਪ ਗਗਨ ਬੈਕੁੰਠ ਸੰਭਾਲੇ। ਆਪ ਗਗਨ ਭਏ ਬੈਕੁੰਠ ਸੰਭਾਲੇ। ਆਪ ਇਸ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਸੱਚਖੰਡ ਵਿਖੇ ਚਲੇ ਗਏ ਹਨ। ਸ੍ਰੀ ਗੁਰੂ ਤੇਗ ਬਹਾਦਰ ਹੈ। ਸ਼੍ਰੋਮਣੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਸ ਵੇਲੇ ਗੁਰਤਾ ਗੱਦੀ ਤੇ ਸੁਭਾਏਮਾਨ ਹਨ। ਚੌਂ ਦਿਸ਼ ਵਿਦਿਤ ਭਏ ਸਿਕਲ ਹੈ। ਚਾਰੇ ਹੀ ਦਿਸ਼ਾਵਾਂ ਦੇ ਵਿੱਚ ਪ੍ਰਗਟ ਹੀ ਸਾਰੇ ਸਿੱਖ ਉਹਨਾਂ ਨੂੰ ਜਾਣਦੇ ਹਨ। ਤਿਨ ਟਿਕ ਚਲੋ ਬਾਰਹ ਧਰਮ। ਕਹਿਣ ਲੱਗੇ 3 ਢਿੱਗ ਚਲੋ ਉਹਨਾਂ ਦੇ ਕੋਲ ਹੁਣ ਜਾਣਾ ਕਰੋ, ਉਭਾਰਹਿ ਧਰਮ। ਉਹ ਹੁਣ ਹਿੰਦੂ ਧਰਮ ਨੂੰ ਬਚਾ ਲੈਣਗੇ। ਤਜ ਕਰ ਲੋਕ ਸ਼ਰਮ ਅਰ ਭਰਮ। ਤੇ ਫਿਰ ਕਹਿੰਦੇ ਤਜ ਕਰ ਲੋਕ ਸ਼ਰਮ, ਭਾਵ ਕਿ ਹੁਣ ਲੋਕਾਂ ਦੀ ਸ਼ਰਮਸਾਰ ਛੱਡ ਕੇ ਕਿ ਅਸੀਂ ਬ੍ਰਾਹਮਣ ਹੋ ਕੇ ਕਿਸੇ ਹੋਰ ਧਰਮ ਦੇ ਗੁਰੂ ਕੋਲ ਜਾਣਾ ਕਰੀਏ, ਜਾਂ ਅਸੀਂ ਬੜੇ ਵਿਦਵਾਨ ਪੰਡਤ ਹਾਂ, ਇਹ ਸਾਨੂੰ ਭਰਮ ਵਾ। ਐਸੋ ਜਿਹਾ ਕਹਿੰਦੇ ਹੁਣ ਭਰਮ ਤੇ ਸ਼ਰਮ ਛੱਡ ਕਰਕੇ ਉਹਨਾਂ ਦੇ ਕੋਲ, ਉਹਨਾਂ ਦੀ ਸ਼ਰਨ ਵਿੱਚ ਜਾਣਾ ਕਰੀਏ। ਵਿਗਤ ਜਗਤ ਮਹਿ ਗੁਰਤਾ ਗਾਦੀ। ਪ੍ਰਗਟ ਹੈ ਸਾਰੇ ਸੰਸਾਰ ਦੇ ਵਿੱਚ ਸਾਰੇ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੁਰਤਾ ਗੱਦੀ ਹੈ। ਸ੍ਰੀ ਨਾਨਕ ਜੀਤੇ ਸਭ ਬਾਦੀ। ਸ਼੍ਰੋਮਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਰੇ ਹੀ ਜਿੰਨੇ ਵੀ ਬਾਦੀ, ਜਿੰਨੇ ਵੀ ਮਹਾਰਾਜ ਜੀ ਨਾਲ ਚਰਚਾ ਕਰਨ ਆਉਂਦੇ ਰਹੇ, ਜਾਂ ਵੱਡੇ ਵੱਡੇ ਬਾਬਰ ਵਰਗੇ ਰਾਜੇ ਹੋਏ ਹਨ, ਸਾਰਿਆਂ ਨੂੰ ਹੀ ਜਿੱਤਿਆ ਹੈ। ਸਰਬ ਕਲਾ ਸਮਰੱਥ ਸਭ ਕਲਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸਰਬ ਕਲਾ ਸਮਰੱਥ ਹਨ ਸਾਰੇ ਹੀ ਸਮਿਆਂ ਵਿੱਚ। ਚਾਹੇ ਸੋ ਕਰੇ ਪ੍ਰਤਾਪ ਵਿਸਾਲਾ। ਉਹ ਚਾਹੇ ਸੋ ਕਰੇ, ਜੋ ਵੀ ਚਾਹਣ ਕਰ ਸਕਦੇ ਹਨ, ਵੱਡੇ ਪ੍ਰਤਾਪ ਵਾਲੇ ਹਨ। ਇਸ ਹਜ਼ਾਰਾਂ ਸਿੱਖ ਸਹਾਇਕ। ਹਜ਼ਾਰਾਂ ਹੀ ਕੋਹਾਂ ਤੇ ਵਸਦੇ ਹੋਏ ਆਪਣੇ ਸਿੱਖਾਂ ਦੀ ਸਹਾਇਤਾ ਕਰਦੇ ਹਨ। ਸੁਨਤ ਰਹੇ ਨਿਤ ਸਹਿਜ ਸੁਭਾਇਕ। ਸੁਨਤ ਰਹੇ ਨਿਤ ਸਹਿਜ ਸੁਭਾਇਕ, ਕਹਿੰਦਾ ਕਿ ਅਸੀਂ ਇਸੇ ਤਰ੍ਹਾਂ ਸਹਿਜ ਸੁਭਾਅ ਹੀ ਸੁਣਦੇ ਰਹੇ ਹਾਂ। ਸੰਤਿਕ ਗਨ ਨਿਸ਼ਚੈ ਮਨ ਆਇਓ। ਇਸ ਤਰੀਕੇ ਨਾਲ ਸੁਣ ਕਰਕੇ ਸਾਰੇ ਹੀ ਬ੍ਰਾਹਮਣਾਂ ਦੇ ਮਨ ਦੇ ਵਿੱਚ ਜੋ ਨਿਸ਼ਚਾ ਹੈ, ਜੋ ਵਿਸ਼ਵਾਸ ਆਉਣਾ ਕੀਤਾ ਹੈ। ਸ਼ਿਵ ਕੋ ਲਿਖਿਓ ਸਭਨ ਸੁਭ ਭਾਇਓ। ਕਿ ਸ਼ਿਵ ਕੋ ਲਿਖਿਓ ਸਭਨ ਸੁਭ ਭਾਇਓ। ਜੋ ਸ਼ਿਵ ਜੀ ਦਾ ਲਿਖਿਆ ਹੋਇਆ ਪੱਤਰ ਸੀ ਉਹ ਸਾਰਿਆਂ ਦੇ ਮਨ ਨੂੰ ਭਾ ਗਿਆ ਹੈ, ਚੰਗਾ ਲੱਗਿਆ ਹੈ। ਬਾਰ ਬਾਰ ਤੇ ਬੰਧਨ ਕਰਕੇ। ਫਿਰ ਵਾਰ-ਵਾਰ ਉਸ ਸਥਾਨ ਤੇ
ਅਮਰਨਾਥ ਸਥਾਨ ਤੇ ਨਮਸਕਾਰ ਉਠੇ ਕਰਕੇ ਉੱਪਰ ਆਏ ਵਿੱਚ ਪੁਰ ਕੇ ਉੱਠੇ ਹਨ ਬ੍ਰਾਹਮਣ ਤੇ ਆਪੋ ਆਪਣੇ ਨਗਰਾਂ ਵਿੱਚ ਆਏ ਹਨ। ਪੂਰਬ ਮੰਦਰ ਦੇਸ਼ ਕੋ ਚਲੀਐ ਫਿਰ ਕਹਿੰਦੇ ਸਭ ਤੋਂ ਪਹਿਲਾਂ ਪੰਜਾਬ ਦੇਸ਼ ਦੇ ਵਿੱਚ ਜਾਣਾ ਕਰੀਏ। ਖੋਜ ਸਤਿਗੁਰ ਕੋ ਮਿਲੀਐ ਫਿਰ ਪੁੱਛ ਕਰਕੇ ਖੋਜ ਲੱਭ ਕਰਕੇ ਸਤਿਗੁਰੂ ਜੀ ਨੂੰ ਮਿਲਣਾ ਕਰੀਏ। ਆਸ ਮਸਲਤ ਕਰ ਮੁਖ ਜੋ ਪੁਰ ਕੇ ਇਹੋ ਜੀ ਸਲਾਹ ਕਰ ਕਰਕੇ ਜਿਹੜੇ ਮੁਖੀ ਬ੍ਰਾਹਮਣ ਸਨ ਨਗਰਾਂ ਦੇ ਗਮਨੇ ਮਗ ਮਿਲਵੇ ਹਿਤ ਪੁਰ ਕੇ ਫਿਰ ਗਮਨੇ ਮਗ ਰਸਤੇ ਤੇ ਚੱਲ ਪਏ ਹਨ ਪੰਜਾਬ ਵੱਲ ਨੂੰ। ਮਿਲਵੇ ਹਿਤ ਗੁਰ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ। ਉਲੰਘ ਪਧਾਰ ਧੀਰ ਪੰਜਾਲ ਫਿਰ ਕਹਿੰਦੇ ਅਲੰਗ ਪਧਾਰ ਪੀਰ ਪੰਜਾਲ। ਅਲੰਗ ਪਹਾੜ ਜਿਹੜਾ ਪਹਾੜ ਸੀ ਨਾ ਪੀਰ ਪੰਜਾਲ ਨਾਮ ਦਾ ਉਸ ਨੂੰ ਲੰਘ ਕਰਕੇ ਰਤਨ ਪੰਜਾਲ ਤਿਆਗ ਪਗ ਚਾਲ ਫਿਰ ਰਤਨ ਪੰਜਾਲ ਨਾਮੀ ਜੋ ਪਹਾੜ ਹੈ ਜੋ ਜਗ੍ਹਾ ਹੈ ਉਸ ਨੂੰ ਤਿਆਗ ਕਰਕੇ ਤੇ ਇਸ ਤਰ੍ਹਾਂ ਚੱਲਦੇ ਆ ਰਹੇ ਹਨ। ਬਸੇ ਰਜੌਰੀਪੁਰ ਮਹਿ ਆਏ ਆ ਕਰਕੇ ਜੋ ਰਜੌਰੀਪੁਰ ਹੈ ਉੱਥੇ ਵਸੇ ਹਨ। ਤਜ ਭਿੰਡਰ ਗਮਨੇ ਅਗਵਾਏ ਫਿਰ ਤਜ ਭਿੰਬਰ ਗਮਨੇ ਅਵਗਾਏ। ਇਹ ਭਿੰਬਰ ਜੋ ਸਥਾਨ ਹੈ ਇਹ ਰਿਆਸਤ ਜੰਮੂ ਦੀ ਇੱਕ ਤਹਿਸੀਲ ਹੈ। ਉਸ ਨੂੰ ਵੀ ਛੱਡ ਕਰਕੇ ਅੱਗੇ ਰਸਤੇ ਤੇ ਚੱਲ ਪਏ ਹਨ। ਸਭ ਪਹਾੜ ਉਲੰਘੇ ਗੁਣ ਦੇਸ਼ ਸਾਰਾ ਹੀ ਪਹਾੜ ਏਰੀਆ ਜਿਹੜਾ ਹੈ ਇਹ ਸਾਰਾ ਹੀ ਦੇਸ਼ ਕਸ਼ਮੀਰ ਦਾ ਲੰਘ ਆਏ ਹਨ। ਗ੍ਰਾਮ ਨਗਰ ਪਿਖ ਤਿਆਗ ਨਸ਼ੇਸ਼ ਜੋ ਗ੍ਰਾਮ ਨਗਰ ਸ਼ਹਿਰ ਅਤੇ ਪਿੰਡ ਹਨ ਉਹਨਾਂ ਨੂੰ ਵਿਸ਼ੇਸ਼ ਕਰਕੇ ਸਾਰਿਆਂ ਨੂੰ ਤਿਆਗ ਕਰਕੇ ਸ੍ਰੀ ਅੰਮ੍ਰਿਤਸਰ ਪਹੁੰਚੇ ਆਏ ਸ਼੍ਰੋਮਣੀ ਜੋ ਅੰਮ੍ਰਿਤਸਰ ਨਗਰ ਹੈ ਇੱਥੇ ਪਹੁੰਚੇ ਹਨ। ਕਹਿੰਦੇ ਗੁਰ ਸਤਿਗੁਰ ਕੀ ਪਾਏ ਉੱਥੇ ਆ ਕਰਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਹਨਾਂ ਨੇ ਖਬਰ ਪਾਉਣਾ ਕੀਤੀ ਹੈ। ਤੀਰਥ ਪੂਰਬ ਕੇ ਕਰ ਸਾਰੇ ਉੱਥੇ ਆਣ ਕੇ ਕੀ ਖਬਰ ਪਾਈ ਹੈ ਕਿ ਤੀਰਥ ਪੂਰਬ ਕੋ ਕਰ ਸਾਰੇ ਕੇ ਪੂਰਬ ਏਰੀਏ ਦੇ ਸਾਰੇ ਜੋ ਤੀਰਥ ਹਨ ਇਹਨਾਂ ਨੂੰ ਕਰਕੇ ਆਵੋ ਅਨੰਦਪੁਰ ਬਸੈ ਉਦਾਰੇ ਹੁਣ ਸ੍ਰੇਸ਼ਟ ਸਤਿਗੁਰੂ ਜੀ ਆਨੰਦਪੁਰ ਸਾਹਿਬ ਵਿੱਚ ਵਸ ਰਹੇ ਹਨ। ਜਹਾਂ ਦਿਸਕੀ ਗਨ ਸੰਗਤ ਆਵੇ ਚੌਵਾਂ ਹੀ ਦਿਸ਼ਾਵਾਂ ਤੋਂ ਬਹੁਤ ਜ਼ਿਆਦੀ ਸੰਗਤ ਆਨੰਦਪੁਰ ਸਾਹਿਬ ਚੱਲ ਕੇ ਆਉਂਦੀ ਹੈ। ਪਾਏ ਕਾਮਨਾ ਸੀਸ ਨਿਵਾਵੇ ਫਿਰ ਆਪਣੇ ਮਨ ਦੀਆਂ ਕਾਮਨਾ ਪਾ ਕਰਕੇ ਸੀਸ ਨਵਾ ਕੇ ਨਮਸਕਾਰ ਕਰਦੀ ਹੈ ਸਾਰੀ ਹੀ ਸੰਗਤ। ਬੈਠੇ ਸ੍ਰੀ ਨਾਨਕ ਮਨ ਆਨੰਦ ਫਿਰ ਕਹਿੰਦੇ ਬੈਠੇ ਸ੍ਰੀ ਨਾਨਕ ਮਨ ਆਨੰਦ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮਨਸੰਦ ਭਾਵ ਗੁਰਤਾ ਗੱਦੀ ਤੇ ਇਸ ਵੇਲੇ ਬੈਠੇ ਹਨ ਬਿਰਾਜਮਾਨ ਹਨ। ਸਤਿਗੁਰ ਤੇਗ ਬਹਾਦਰ ਚੰਦ ਜੋ ਚੰਦਰਮਾ ਦੀ ਨਿਆਈ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਹਨ। ਸਰਬ ਕਲਾ ਸਮਰੱਥ ਗੁਣ ਖਾਨੀ ਜੋ ਸਰਬ ਕਲਾ ਸਮਰੱਥ ਹਨ ਤੇ ਗੁਣਾਂ ਦੀ ਖਾਨ ਹਨ। ਧੀਰਜ ਧਰਮ ਧਾਮ ਬ੍ਰਹਮ ਗਿਆਨੀ ਜੋ ਧੀਰਜ ਦੀ ਤੇ ਧਰਮ ਦੇ ਸਮਝ ਲੋ ਧਾਮ ਘਰ ਹਨ ਤੇ ਬ੍ਰਹਮ ਗਿਆਨੀ ਹਨ। ਜਿਤ ਜਨ ਸੁਣ ਜਸ ਵਧਿਓ ਆਨੰਦ ਇਸ ਤਰ੍ਹਾਂ ਸਾਰੇ ਹੀ ਬ੍ਰਾਹਮਣਾਂ ਦੇ ਸੁਣ ਕਰਕੇ ਮਨ ਵਿੱਚ ਬਹੁਤ ਜ਼ਿਆਦਾ ਆਨੰਦ ਵਧਿਆ ਰਾਖੇ ਹੈ। ਹਿੰਦੁਨ ਪੈਜ ਬਿਲੰਦ ਇਹ ਮਨ ਵਿੱਚ ਵਿਚਾਰਾਂ ਕਰਦੇ ਹਨ ਕਿ ਰਾਖੇ ਹਿੰਦਨ ਪੈਜ ਬੁਲੰਦ ਕਿ ਹੁਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਹਿੰਦੂਆਂ ਦੀ ਵੱਡੀ ਪੈਜ ਰੱਖਣੀ ਚਲੇ ਕਰਨਗੇ। ਪੰਥ ਸਭ ਆਨੰਦਪੁਰ ਕੇ ਫਿਰ ਸਾਰੇ ਹੀ ਉੱਥੋਂ ਅੰਮ੍ਰਿਤਸਰ ਨਗਰ ਤੋਂ ਆਨੰਦਪੁਰ ਸਾਹਿਬ ਜੀ ਦੇ ਰਸਤੇ ਤੇ ਚੱਲ ਪਏ ਹਨ। ਜਿਤ ਮੈਂ ਦਰਸ਼ਨ ਗੁਰ ਕੇ ਹੁਣ ਚਾਹੁੰਦੇ ਹਨ ਚਿੱਤ ਦੇ ਵਿੱਚ ਦਾ ਸਤਿਗੁਰੂ ਜੀ ਦੇ ਦਰਸ਼ਨ ਕਰਨੇ। ਵਿਖੀ ਵੀ ਪਾਸਾ ਸੁੰਦਰ ਸਲਿਤਾ ਫਿਰ ਇਹਨਾਂ ਜਾ ਕਰਕੇ ਬਿਆਸ ਜੋ ਦਰਿਆ ਹੈ ਉਸ ਨੂੰ ਵੇਖਣਾ ਕੀਤਾ ਹੈ ਜਿਸ ਮੈਂ ਨਿਰਮਲ ਜਲ ਬੋ ਚਲਤਾ ਜਿਸ ਦੇ ਵਿੱਚ ਬਹੁਤ ਜ਼ਿਆਦਾ ਨਿਰਮਲ ਜਲ ਵਹਿ ਰਿਹਾ ਜਲ ਹੈ। ਕਰਨੀ ਪਰ ਧਰ ਪਰ ਤੀਰ ਫਿਰ ਬੇੜੀਆਂ ਦੇ ਉੱਤੇ ਚੜ ਕੇ ਦੂਸਰੇ ਕਿਨਾਰੇ ਉਤਰੇ ਹਨ। ਕਰੇ ਜਾਏ ਭੇਦ ਜੋਰ ਧੀਰ ਦੂਸਰੇ ਕਿਨਾਰੇ ਤੇ ਖੜੇ ਹੋ ਕਰਕੇ ਬ੍ਰਾਹਮਣ ਹਿਰਦੇ ਨੂੰ ਧੀਰ ਧਾਰ ਕਰਕੇ ਦੁਆਬੇ ਦੇਸ਼ ਪੰਥ ਸਭ ਚਾਲੇ ਫਿਰ ਜੋ ਦੁਆਬਾ ਦੇਸ਼ ਹੈ ਦੁਆਬਾ ਏਰੀਆ ਹੈ ਇੱਧਰ ਦੇ ਰਸਤੇ ਤੇ ਚੱਲ ਪਏ ਹਨ। ਦੇਖੀ ਸਤਿੰਦਰਵ ਨਦੀ ਵਿਸਾਲੇ ਫਿਰ ਜਾ ਕਰਕੇ ਸਤਲੁਜ ਨਦੀ ਜੋ ਵੇਖੀ ਕਿਤੇ ਹੈ ਉਲੰਘਤ ਪਹੁੰਚੇ ਜਾਏ ਫਿਰ ਉਸ ਨੂੰ ਵੀ ਲੰਘ ਕਰਕੇ ਜਾ ਕਰਕੇ ਪਹੁੰਚੇ ਹਨ ਸੁੰਦਰਪੁਰ ਆਨੰਦ ਜਿਸ ਥਾਏ ਜਿੱਥੇ ਬਹੁਤ ਸੁੰਦਰ ਆਨੰਦਪੁਰ ਸ਼ਹਿਰ ਜੋ ਵਸ ਰਿਹਾ ਹੈ।
ਸ਼ੁਭ ਸਥਾਨ ਪਿਕ ਕੀਨਸ ਡੇਰਾ ਇੱਕ ਸ਼ੁਭ ਸਥਾਨ ਚੰਗੀ ਜਗ੍ਹਾ ਵੇਖ ਕਰਕੇ ਇਹਨਾਂ ਨੇ ਡੇਰਾ ਕੀਤਾ ਪਦ ਹੈ। ਪਕਾਰ ਸ਼ਰਮ ਹਤੇ ਵਡੇਰਾ ਆਪਣੇ ਹੱਥ ਪੈਰ ਚੰਗੀ ਤਰ੍ਹਾਂ ਧੋ ਕਰਕੇ ਇਹਨਾਂ ਨੇ ਆਪਣਾ ਜੋ ਥਕਾਵਟ ਹੋਈ ਸੀ ਲਾਈ ਖਾਨ ਹੈ। ਪਾਨ ਕਰ ਨਿਸਮਹਿ ਬਾਸੇ ਫਿਰ ਉੱਥੇ ਪ੍ਰਸ਼ਾਦਾ ਪਾਣੀ ਛਕ ਕਰਕੇ ਰਾਤ ਇਹਨਾਂ ਨੇ ਵਸਣਾ ਕੀਤਾ ਮਿਲੇ ਹੈ। ਪ੍ਰਭਾਤ ਗੁਰਨ ਕੇ ਪਾਸੇ ਫਿਰ ਵਿਚਾਰ ਕਰਦੇ ਹਨ ਕਿ ਹੁਣ ਪ੍ਰਭਾਤ ਦੇ ਸਮੇਂ ਸਵੇਰੇ ਅੰਮ੍ਰਿਤ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਕੋਲ ਜਾ ਕੇ ਮਿਲਣਾ ਸੁਖ ਕਰਾਂਗੇ। ਜਥਾ ਸੁਖ ਜਾਗਰਤ ਭਏ ਫਿਰ ਇਹਨਾਂ ਰਾਤ ਜਿਹੜੀ ਹੈ ਸੌਂ ਕਰਕੇ ਸੁੱਖਾਂ ਦੇ ਸਹਿਜ ਬਤੀਤ ਕੀਤੀ ਹੈ। ਸਵੇਰੇ ਉੱਠੇ ਹਨ। ਨਾਮ ਸਰਬ ਨੇ ਕਹੇ ਸਵੇਰੇ ਉੱਠ ਕਰਕੇ ਸਰੀਰ ਦੀ ਸੌਚ ਕਿਰਿਆ ਕਰਕੇ ਇਸ਼ਨਾਨ ਕੀਤਾ ਖਟ ਹੈ। ਕਰਮੀ ਪ੍ਰਿਯ ਧਰਮ ਜਹੰਤੇ ਜਿਹੜੇ ਖੱਟ ਕਰਮੀ ਛੇ ਕਰਮਾਂ ਨੂੰ ਕਰਨ ਵਾਲੇ ਬ੍ਰਾਹਮਣ ਹਨ, ਪ੍ਰਿਯ ਧਰਮ ਚ ਹਨ ਤੇ ਜੋ ਆਪਣੇ ਪਿਆਰੇ ਹਿੰਦੂ ਧਰਮ ਨੂੰ ਚਾਹੁੰਦੇ ਹਨ। ਕਸ ਚੰਦਨ ਕੋ ਤਿਲਕ ਲਗੰਤੇ ਇਹਨਾਂ ਨੇ ਚੰਦਨ ਨੂੰ ਘਸਾ ਕਰਕੇ ਆਪਣੇ ਮੱਥੇ ਤੇ ਤਿਲਕ ਲਾਏ ਹਨ। ਅਨਕ ਪ੍ਰਕਾਰ ਲੈ ਉਪਹਾਰਾ ਅਨਕ ਪ੍ਰਕਾਰ ਅਨੇਕਾਂ ਹੀ ਤਰੀਕਿਆਂ ਦੇ ਜਿਹੜੇ ਉਪਹਾਰ ਭੇਟਾਵਾਂ ਲਈਆਂ ਹਨ ਗੁਰੂ ਮਹਾਰਾਜ ਜੀ ਪਹੁੰਚੇ ਵਾਸਤੇ। ਸਤਿਗੁਰ ਕੇ ਦਰਬਾਰਾ ਫਿਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜਿੱਥੇ ਦਰਬਾਰ ਲਾ ਕਰਕੇ ਬੈਠੇ ਹਨ ਉੱਥੇ ਪਹੁੰਚੇ ਹਨ। ਮੇਰ ਲੇਵਰੋ ਅੰਤਰ ਗਇਓ ਇਹਨਾਂ ਨੂੰ ਵੇਖ ਕਰਕੇ ਆਏ ਹੋਏ ਬ੍ਰਾਹਮਣਾਂ ਨੂੰ ਜੋ ਮੇਵਰੋ ਅਰਦਾਸੀਆ ਸਿੱਖ ਸੀ ਉਹ ਅੰਦਰ ਗਿਆ ਆਪ ਹੈ। ਜੋਰ ਕਰ ਬੋਲਤ ਭਇਓ ਜਾ ਕਰਕੇ ਹੱਥ ਜੋੜ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੇ ਉਸ ਅਰਦਾਸੀਏ ਸਿੱਖ ਨੇ ਬੇਨਤੀ ਕੀਤੀ ਹੈ। ਪ੍ਰਭੂ ਇਹ ਦੇਸ਼ ਕਸ਼ਮੀਰ ਕਹਿਣ ਲੱਗਾ ਹੈ ਸਤਿਗੁਰੂ ਜੀ ਜੋ ਕਸ਼ਮੀਰ ਦੇਸ਼ ਹੈ ਬਹਿ ਕੇ ਵਿਪਰ ਖਰੇ ਦਰ ਭੀਰ ਉਥੋਂ ਦੇ ਬ੍ਰਾਹਮਣ ਜਿਹੜੇ ਹਨ ਬਹੁਤੀ ਜ਼ਿਆਦੀ ਗਿਣਤੀ ਦੇ ਵਿੱਚ ਭੀੜ ਬਣਾ ਕਰਕੇ ਦਰ ਤੇ ਉੱਤੇ ਖਲੋਤੇ ਹਨ। ਦਰਸ਼ਨ ਕੋ ਚਾਹਤ ਗੁਰ ਆਏ ਉਹ ਦਰਸ਼ਨਾਂ ਨੂੰ ਚਾਹੁੰਦੇ ਹਨ ਤੇ ਫਿਰ ਇੱਥੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕਰਕੇ ਆਏ ਹਨ। ਮਤ ਵਕਤ ਪੰਡਿਤ ਸਮੁਦਾਏ ਸਾਰੇ ਹੀ ਜਿਹੜੇ ਪੰਡਿਤ ਬ੍ਰਾਹਮਣ ਹਨ ਬੜੀ ਸ੍ਰੇਸ਼ਟ ਮੱਤ ਵਾਲੇ ਹਨ। ਸੁਨ ਸ੍ਰੀ ਤੇਗ ਬਹਾਦਰ ਹਸੇ ਜਦੋਂ ਇਹ ਅਰਦਾਸੀਏ ਸਿੱਖ ਦੇ ਕੋਲੋਂ ਬੇਨਤੀ ਰੂਪੀ ਸ਼ਬਦ ਸੁਣੇ ਹਨ ਕਿ ਬ੍ਰਾਹਮਣ ਆਏ ਹਨ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਮੁਸਕਰਾਏ ਹਨ। ਪਾਵਨ ਦੇਵ ਮਹਾ ਦੁਖ ਗ੍ਰਸੇ ਕਹਿਣ ਲੱਗੇ ਉਹਨਾਂ ਨੂੰ ਸਾਡੇ ਕੋਲ ਆਉਣ ਦੇਵੋ। ਮਹਾ ਦੁੱਖ ਗ੍ਰਸੇ ਉਹ ਤਾਂ ਬਹੁਤੇ ਜਾਰੇ ਦੁੱਖ ਦੇ ਗ੍ਰਸੇ ਹੋਏ ਹਨ, ਮਾਰੇ ਹੋਏ ਹਨ। ਸਿਰ ਕੋ ਲਿਆਏ ਹਮੇ ਸੰਦੇਸ਼ਾ ਕਹਿਣ ਲੱਗੇ ਉਹ ਤਾਂ ਸ਼ਿਵ ਜੀ ਦਾ ਸੰਦੇਸ਼ਾ ਜੋ ਪੱਤਰ ਹੈ ਸਾਡੇ ਵਾਸਤੇ ਲੈ ਕਰਕੇ ਆਏ ਹਨ। ਜਤਾ ਜਗਤ ਸੁਖ ਲਹਿ ਵਿਸ਼ੇਸ਼ਾ ਜਥਾ ਜਗਤ ਸੁਖ ਲਹਿ ਵਿਸ਼ੇਸ਼ਾ ਜਿਸ ਤਰ੍ਹਾਂ ਇਹ ਜਗਤ ਦੇ ਵਿੱਚ ਬਹੁਤ ਸਾਰਾ ਸੁਖ ਲੈ ਸਕਣ। ਸ੍ਰੀ ਨਾਨਕ ਕੋ ਕਮਲਾ ਦਾਸ ਜੋ ਸ਼੍ਰੋਮਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਦਾਸ ਸੀ ਭਾਈ ਕਮਲੀਆ। ਗਇਓ ਹੁਤੋ ਲੈਬੇ ਹਿਤ ਵਿਕਾਸ ਜਿਸ ਤਰੀਕੇ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੇਵਕ ਭਾਈ ਕਮਲੀਆ ਇੱਕ ਦਿਨ ਘਾਹ ਲੈਣ ਵਾਸਤੇ ਗਿਆ ਹੋਇਆ ਇਸ ਸੀ। ਪਰ ਸ਼ਿਵ ਨਿਜ ਭਸਮ ਪਠਾਈ ਉਸ ਦੇ ਹੱਥ ਵਿੱਚ ਦੇ ਕਰਕੇ ਸ਼ਿਵ ਜੀ ਨੇ ਆਪਣੇ ਸਰੀਰ ਦੀ ਜੋ ਭਸਮ ਹੈ ਸਵਾਹ ਹੈ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਭੇਜਣਾ ਕੀਤੀ ਤੇ ਸੀ। ਹਮ ਨਿਕਟ ਪੱਤਰ ਕਾਈ ਇਸੇ ਤਰੀਕੇ ਨਾਲ ਹੀ ਕਹਿੰਦੇ ਹੋਣੇ ਬ੍ਰਾਹਮਣਾਂ ਦੇ ਹੱਥ ਵਿੱਚ ਪੱਤਰ ਦੇ ਕਰਕੇ ਚਿੱਠੀ ਦੇ ਕਰਕੇ ਸ਼ਿਵ ਜੀ ਨੇ ਸਾਡੇ ਕੋਲ ਭੇਜਿਆ ਹੈ। ਤੇਗ ਮਸੰਦ ਗਨ ਸੇਵਕ ਜੋਏ ਫਿਰ ਜਿਹੜੇ ਮਸੰਦ ਅਤੇ ਬਹੁਤੇ ਜ਼ਿਆਦੇ ਸੇਵਕ ਸਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਸ ਖਲੋਤੇ ਸੁਨੇ ਹੋਏ। ਗੁਰੂ ਤੇ ਵਿਸਮੈ ਹੋਏ ਉਹਨਾਂ ਨੇ ਇਹੋ ਜਿਹੇ ਬਚਨ ਸੁਣ ਕਰਕੇ ਗੁਰੂ ਸਾਹਿਬ ਜੀ ਤੋਂ ਬੜੇ ਹੈਰਾਨ ਹੋਏ ਹਨ। ਜਿਨ ਬਚਨ ਹੈ ਆਸ਼ਾ ਗੰਭੀਰ ਜਿਨ੍ਹਾਂ ਬਚਨਾਂ ਦੇ ਵਿੱਚ ਬਹੁਤਾ ਜ਼ਿਆਦਾ ਗੰਭੀਰ ਆਸ਼ਾ ਸੀ ਹਿਰਦੇ ਵਿਚਾਰਤ ਬੈਠੇ ਤੀਰ ਤੇ ਹਿਰਦੇ ਦੇ ਵਿੱਚ ਵਿਚਾਰ ਕਰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਸ ਸਾਰੇ ਹੀ ਸਿੱਖ ਤੇ ਮਸੰਦ ਬੈਠ ਗਏ ਹਨ। ਜਾਏ ਦੇਵਰੋ ਤੇ ਜਗਨ ਲਿਆਇਓ ਜਾ ਕਰਕੇ ਜੋ ਅਰਦਾਸੀਆ ਸਿੱਖ ਸੀ ਉਹ ਸਾਰੇ ਬ੍ਰਾਹਮਣਾਂ ਨੂੰ ਲੈ ਕਰਕੇ ਆਇਆ ਸਭਨ ਹੈ। ਆਏ ਨਿਜ ਸੀਸ ਨਿਵਾਇਓ ਸਾਰੇ ਹੀ ਬ੍ਰਾਹਮਣਾਂ ਨੇ ਆ ਕਰਕੇ ਸੀਸ ਨਵਾ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਮਸਕਾਰ ਕੀਤੀ ਅਰਜਨ ਹੈ। ਪਾਇਨ ਆਦ ਦੁਸ਼ਾਲੇ ਫਿਰ ਜਿਹੜੀਆਂ ਪਾਇਨ ਭੇਟਾਵਾਂ ਲੈ ਕੇ ਆਏ ਸਨ ਸਾਰੀਆਂ ਗੁਰੂ ਤੇਗ ਬਹਾਦਰ ਜੀ ਨੂੰ ਅਰਪਣ ਕੀਤੀਆਂ ਸਨ ਦਸ਼ਾਲੇ ਆਦ। ਤੇ ਉਹ ਆਦ ਜੇ ਸਵਾਦ
ਵਿਸਾਲੇ ਫਿਰ ਜੋ ਕਸ਼ਮੀਰ ਦੇ ਸੇ ਆਦਿਕ ਹੋਰ ਮਿੱਠੇ ਜਿਹੜੇ ਫਲ ਸਨ ਬਹੁਤ ਜ਼ਿਆਦਾ, ਕਰ ਦਰਸ਼ਨ ਸਗਰੇ ਹਰ ਖਾਏ ਸਾਰੇ ਹੀ ਭੇਟਾ ਕਰਕੇ ਦਰਸ਼ਨ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਬ੍ਰਾਹਮਣ ਬਹੁਤ ਜ਼ਿਆਦਾ ਪ੍ਰਸੰਨ ਹੋਏ ਹਨ। ਬੈਠੇ ਆਸਕ ਬਾਦਨ ਲਾਏ ਫਿਰ ਅਸੀਸ ਦੇ ਬਚਨ ਅਲਾ ਕਰਕੇ ਕਹਿ ਕਰਕੇ ਸਾਰੇ ਹੀ ਬ੍ਰਾਹਮਣ ਕੋਲ ਬੈਠ ਗਏ ਹਨ। ਕੁਸ਼ਲ ਆਨੰਦ ਬੂਝ ਕਰ ਤਿਨ ਕੋ ਉਹਨਾਂ ਬ੍ਰਾਹਮਣਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸਾਰੀ ਸੁਖ ਸਾਂਦ ਆਨੰਦ ਪੁੱਛ ਕਰਕੇ ਬੋਲਿਓ ਸਤਿਗੁਰ ਇਮ ਕਹਿਓ ਬਚਨ ਕੋ ਫਿਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬ੍ਰਾਹਮਣਾਂ ਦਾ ਹੀ ਬਚਨ ਕਹੇ ਹਨ। ਕਹੋ ਦੇਸ਼ ਆਪਣੇ ਕੀ ਬਾਤ ਕਹਿਣ ਲੱਗੇ ਹੁਣ ਤੁਸੀਂ ਆਪਣੇ ਦੇਸ਼ ਕਸ਼ਮੀਰ ਦੀ ਸਾਰੀ ਗੱਲ ਸਾਡੇ ਤਾਈਂ ਕਹਿਣਾ ਕਰੋ, ਦੱਸਣਾ ਕਰੋ ਕਿਸ ਪ੍ਰਕਾਰ ਕੋ ਤਹਾਂ ਵਰਤਾਂਤ ਕਿ ਕਿਸ ਤਰੀਕੇ ਦੇ ਨਾਲ ਉਧਰ ਵਰਤਾਂਤ ਹੋ ਰਿਹਾ ਹੈ, ਕਿਸ ਤਰੀਕੇ ਦੇ ਨਾਲ ਹਕੂਮਤ ਚੱਲ ਰਹੀ ਹੈ, ਕੀ ਹੋ ਰਿਹਾ ਹੈ ਤੁਹਾਡੇ ਦੇਸ਼ ਵਿੱਚ। ਅਬ ਕੇ ਤੁਮ ਬਹੁ ਵਿਦਿਆਵਾਨ ਕਹਿੰਦੇ ਅਬ ਕੇ ਤੁਮ ਬਹੁ ਵਿਦਵਾਨ, ਜਿੰਨੇ ਵੀ ਤੁਸੀਂ ਬ੍ਰਾਹਮਣ ਆਏ ਹੋ ਸਾਰੇ ਬੜੇ ਸੂਝਵਾਨ, ਬੜੀ ਸ੍ਰੇਸ਼ਟ ਮਤ ਵਾਲੇ ਹੋ। ਆਏ ਸੰਗ ਨਾ ਸੰਗਤ ਆਨ ਤੇ ਤੁਹਾਡੇ ਨਾਲ ਹੋਰ ਕੋਈ ਸੰਗਤ ਨਹੀਂ ਆਈ ਹੈ, ਸਾਰੇ ਵਿਦਵਾਨ ਪੰਡਤ ਹੀ ਚੱਲ ਕੇ ਆਏ ਹੋ। ਸਭਨ ਜਾਤ ਕੇ ਸਿੱਖ ਹਮਾਰੇ ਕਹਿਣ ਲੱਗੇ ਸਾਰੀਆਂ ਹੀ ਜਾਤਾਂ ਦੇ ਸਾਡੇ ਬਹੁਤੇ ਜ਼ਿਆਦੇ ਸਿੱਖ ਹਨ। ਮਿਲ ਆਵਤ ਸੋਭਿਤ ਨਾ ਨਿਹਾਰੇ ਉਹ ਸਾਰੇ ਆ ਕਰਕੇ ਮਿਲ ਕਰਕੇ ਇਕੱਠੇ ਹੋ ਕੇ ਆਉਂਦੇ ਸਨ, ਪਰ ਅਸੀਂ ਉਹ ਵਿਧੀ ਨਹੀਂ ਵੇਖਣਾ ਕੀਤੀ। ਤੁਸੀਂ ਸਾਰੇ ਹੀ ਬ੍ਰਾਹਮਣ ਜਿਹੜੇ ਬੜੇ ਪੜ੍ਹੇ ਲਿਖੇ ਆਏ ਹੋ, ਆਮ ਹੋਰ ਸੰਗਤ ਤੁਹਾਡੇ ਨਾਲ ਆਈ ਨਹੀਂ ਹੈ। ਦਰਸ਼ਨ ਹਿਤ ਕੇ ਕਾਰਜ ਔਰ ਤੁਸੀਂ ਸਾਰੇ ਹੀ ਵਿਦਵਾਨ ਆਏ ਹੋ, ਸਾਡੇ ਦਰਸ਼ਨ ਕਰਨ ਵਾਸਤੇ ਆਏ ਹੋ ਜਾਂ ਕੋਈ ਹੋਰ ਕਾਰਜ ਮਿਲ ਹੈ। ਆਏ ਤਜ ਕੇ ਨਿਜ ਠੌਰ ਤੁਸੀਂ ਇਕੱਠੇ ਹੋ ਕਰਕੇ ਆਪੋ ਆਪਣੇ ਸਥਾਨਾਂ ਨੂੰ ਛੱਡ ਕਰਕੇ ਸਾਡੇ ਪਾਸ ਆਏ ਹੋ। ਸੁਣਤ ਤਿਜਨ ਕਰ ਜੋਰ ਉਚਾਰੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਐਸੇ ਬਚਨ ਸੁਣ ਕਰਕੇ ਹੱਥ ਜੋੜ ਕਰਕੇ ਸਾਰੇ ਬ੍ਰਾਹਮਣਾਂ ਨੇ ਬੇਨਤੀ ਕੀਤੀ ਹੈ। ਕੰਬਲ ਜਨ ਜਾਨੋ ਸਾਰੀ ਕਹਿੰਦੇ ਹੱਥ ਤੇ ਲੱਖੇ ਔਲੇ ਵਾਂਗੂ ਆਹੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਜੀ ਤੁਸੀਂ ਸਾਰੀ ਗੱਲ ਜਾਣਦੇ ਹੋ। ਤੀਨ ਲੋਕ ਕੋ ਅਕਲ ਵਰਤੰਤ